ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿਵ ਸਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਸਿਵ ਸਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੈ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵ ਲਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵ ਲਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦੀ ਜੋਤ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ ਜੋ ਕਿ ਆਨੰਦ ਸਾਹਿਬ ਨਾਮਕ ਬਾਣੀ ਵਿੱਚ ਸ਼ੋਭਾਇਮਾਨ ਹਨ, ਆਪ ਜੀ ਨੇ ਇੱਕ ਪੌੜੀ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਇਸ ਪੌੜੀ ਵਿੱਚ ਜਗਤ ਦੀ ਖੇਡ ਬਿਆਨ ਕਰ ਰਹੇ ਨੇ ਕਿ ਕਿਸ ਢੰਗ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੀ ਉਪਜ ਕੀਤੀ ਹੈ, ਇਹਨੂੰ ਚਲਾ ਰਿਹਾ ਹੈ। ਇਹ ਜਗਤ ਦੋ ਚੀਜ਼ਾਂ ਦਾ ਮਿਲਾਵਟ, ਦੋ ਚੀਜ਼ਾਂ ਦਾ ਜੋੜ ਹੈ। ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ। ਨੂਰ ਤੇ ਮਿੱਟੀ ਦੇ ਸੰਯੋਗ ਨਾਲ ਇਹ ਸਾਰਾ ਸੰਸਾਰ ਪੈਦਾ ਹੋਇਆ। ਆਤਮਾ ਤੇ ਸਰੀਰ ਦੇ ਜੋੜ ਨਾਲ ਇਹ ਸਾਡਾ ਜੀਵਨ ਚੱਲ ਰਿਹਾ ਹੈ। ਹੁਕਮ ਦੇ ਰਾਹੀਂ ਪਰਮਾਤਮਾ ਇਸ ਸਾਰੇ ਸੰਸਾਰ ਨੂੰ ਕੰਟਰੋਲ ਕਰ ਰਿਹਾ ਹੈ। ਇਹ ਵਾਰ-ਵਾਰ ਲਫ਼ਜ਼ ਹੁਕਮ ਗੁਰਬਾਣੀ ਵਿੱਚ ਆਏਗਾ। ਏਕੋ ਨਾਮ ਹੁਕਮ ਹੈ। ਨਾਮ ਨੂੰ ਵੀ ਹੁਕਮ ਕਿਹਾ ਗਿਆ ਹੈ, ਸ਼ਬਦ ਨੂੰ ਵੀ ਹੁਕਮ ਕਿਹਾ ਗਿਆ ਹੈ। ਜਿਹੜਾ ਸ਼ਬਦ ਹੈ ਜਾਂ ਹੁਕਮ ਹੈ, ਇਹਦੇ ਰਾਹੀਂ ਪਰਮਾਤਮਾ ਇਸ ਸਾਰੇ ਜਗਤ ਦੀ ਵਾਗਡੋਰ ਉਹਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਹੁਕਮ ਦੇ ਰਾਹੀਂ ਜਗਤ ਪੈਦਾ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ। ਹੁਕਮੀ ਹੋਵਨ ਆਕਾਰ, ਆ ਜਿੰਨੇ ਆਕਾਰ ਬਣੇ ਨੇ ਸੰਸਾਰ ਵਿੱਚ, ਜਿੰਨੇ ਸਰੀਰ ਬਣੇ ਨੇ,
ਇਹ ਸਾਰੀ ਹੁਕਮ ਦੇ ਦੁਆਰਾ ਬੰਤਰ ਬਣੀ ਹੈ, ਪਰ ਨਾਲ ਇੱਕ ਲਫ਼ਜ਼ ਕਹਿ ਦਿੱਤਾ, ਹੁਕਮ ਨਾ ਕਹਿਆ ਜਾਈ। ਨਾ ਉਸ ਹੁਕਮ ਦੀ ਕੋਈ ਤਸਵੀਰ ਹੈ, ਨਾ ਉਹਦੀ ਕੋਈ ਪਰਿਭਾਸ਼ਾ ਹੋ ਸਕਦੀ ਹੈ, ਪਰ ਇੱਕ ਗੱਲ ਪੱਕੀ ਹੈ, ਜਿਨ੍ਹਾਂ ਨੇ ਹੁਕਮ ਦੀ ਵਿਆਖਿਆ ਕੀਤੀ, ਗੱਲ ਕੀਤੀ, ਉਹਨਾਂ ਦੇ ਨਜ਼ਰੀ ਹੁਕਮ ਜ਼ਰੂਰ ਆਇਆ ਹੈ। ਜਨਮ ਸਾਖੀ ਵਾਲੇ ਨੇ 2-4 ਲਫ਼ਜ਼ ਬਹੁਤ ਕੀਮਤੀ ਕਹੇ ਨੇ। ਉਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਵਿੱਚ ਸਨ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਪ੍ਰਗਟ ਹੋਏ, ਵੇਈ ਨਦੀ ਵਿੱਚ ਚਲੇ ਗਏ। ਵੇਈ ਨਦੀ ਦੇ ਰਾਹੀਂ ਉਹ ਨਿਰੰਕਾਰ ਦੇ ਦੇਸ਼ ਤੱਕ ਗਏ। ਉਸ ਦੇਸ਼ ਦੇ ਵਿੱਚ ਜਿਹੜੀ ਗੱਲਬਾਤ ਗੁਰੂ ਨਾਨਕ ਸਾਹਿਬ ਨਾਲ ਉਸ ਵਾਹਿਗੁਰੂ ਦੀ ਹੋਈ, ਉਹਨੂੰ ਇੱਕ ਕਹਾਣੀ ਦੇ ਰੂਪ ਵਿੱਚ ਜਨਮ ਸਾਖੀ ਵਾਲਿਆਂ ਨੇ ਲਿਖਿਆ ਹੈ। ਭਾਵੇਂ ਕਿ ਇਹ ਲਫ਼ਜ਼ ਜਿਹੜੇ ਨੇ ਪਰਮਾਤਮਾ ਦੇ ਦੇਸ਼ ਵਿੱਚ ਜਾਣਾ, ਗੱਲਬਾਤ ਕਰਨੀ, ਅਧਿਆਤਮ ਦੁਨੀਆ ਦੇ ਵਿੱਚ ਇਹਦੇ ਅਰਥ ਬਦਲ ਜਾਂਦੇ ਨੇ, ਕਿਉਂਕਿ ਸਾਰਾ ਦੇਸ਼ ਉਸੇ ਦਾ ਹੈ ਤੇ ਕਿਸੇ ਬੋਲੀ ਵਿੱਚ ਉਹਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ। ਪਰ ਇਹ ਕਿਵੇਂ ਮੁਮਕਿਨ ਹੋਇਆ? ਇਹ 2 ਲਫ਼ਜ਼ ਇਹਦੀ ਵਿਆਖਿਆ ਕਰਦੇ ਨੇ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਗੁਰੂ ਤੇ ਪਰਮੇਸ਼ਰ ਦੀ ਲੀਲਾ ਕਿੰਨੀ ਕੁ ਵੱਡੀ ਹੈ, ਜੇ ਕੋਈ ਮਨੁੱਖ ਇਹਦੀ ਵਿਆਖਿਆ ਕਰਨ ਲੱਗ ਪਏ, ਜੇ ਕੋਈ ਇਹਦੇ ਬਾਰੇ ਤਰਕ ਕਰਨ ਲੱਗ ਜਾਏ ਵੀ ਰੱਬ ਦੀ ਤੇ ਗੁਰੂ ਦੀ ਗੱਲ ਕਿਵੇਂ ਹੋਈ, ਜਾਂ ਉਹ ਇਹ ਕਵੇ ਵੀ ਹੋ ਹੀ ਨਹੀਂ ਸਕਦਾ, ਤੇ ਸਤਿਗੁਰਾਂ ਨੇ ਉਹਦੇ ਬਾਰੇ ਬਾਣੀ ਵਿੱਚ ਕੁਝ ਗੱਲਾਂ ਲਿਖੀਆਂ ਨੇ। ਜੇ ਕੋ ਖਾਇਕ ਆਖਣ ਪਾਏ, ਜੇ ਇਸ ਗੱਲ ਦੇ ਉੱਤੇ ਕੋਈ ਤਰਕ ਕਰੇ ਕਿ ਰੱਬ ਨਾਲ ਗੁਰੂ ਨੇ ਕਿਵੇਂ ਗੱਲ ਕੀਤੀ, ਉਹ ਜਾਣੈ ਜੇਤੀਆਂ ਮੂੰਹ ਖਾਏ। ਕਿੰਨੀਆਂ ਚਪੇੜਾਂ ਰੱਬ ਦੀ ਦਰਗਾਹ ਵਿੱਚ ਉਹਦੇ ਮੂੰਹ ਤੇ ਪੈਂਦੀਆਂ ਨੇ, ਇਹ ਉਹ ਹੀ ਜਾਣ ਸਕਦਾ ਹੈ। ਇਹ ਦੋਵੇਂ ਪਾਵਰਸ ਜਿਹੜੇ ਕਰਤਾ ਤੇ ਗੁਰੂ, ਕਰਤੇ ਕੀ ਮਿਤ, ਮਿਤ ਦਾ ਅਰਥ ਹੈ ਸ਼ਕਤੀ। ਪਰਮਾਤਮਾ ਦੀ ਸ਼ਕਤੀ ਬਾਰੇ ਅੰਦਾਜ਼ੇ ਲਾਉਣੇ ਇੱਕ ਬੜੀ ਵੱਡੀ ਮੂਰਖਤਾ ਹੈ, ਜਦ ਕਿ ਸਾਰੀ ਗੁਰਬਾਣੀ ਵਿੱਚ ਰੱਬ ਦੀ ਸ਼ਕਤੀ ਦਾ ਬਿਆਨ ਕੀਤਾ ਗਿਆ ਹੈ, ਪਰ ਉਹਦਾ ਨਿਸ਼ਾਨਾ ਬਹੁਤ ਵੱਖਰਾ ਹੈ। ਪਰਮਾਤਮਾ ਦੀ ਸ਼ਕਤੀ ਬਾਰੇ ਗੁਰਬਾਣੀ ਵਿੱਚ ਬਹੁਤ ਕਿਹਾ ਗਿਆ ਹੈ। ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਮਿਤ ਦਾ ਅਰਥ ਹੈ ਸ਼ਕਤੀ। ਤੇਰੇ ਸੰਤਨ ਕੀ ਹੋ ਚੇਰੀ, ਜਲ ਤੇ ਥਲ ਕਰ। ਤੂੰ ਪਾਣੀ ਦੇ ਵਿੱਚ ਧਰਤੀ ਬਣਾ ਸਕਣਾ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇਂ, ਖੂਹਾਂ ਦੇ ਵਿੱਚ ਤੂੰ ਪਹਾੜ ਬਣਾ ਸਕਣਾ। ਇਹ ਕੇਵਲ ਸਮਝਾਉਣ ਵਾਸਤੇ ਕਿਹਾ ਗਿਆ ਕਿ ਵਾਹਿਗੁਰੂ ਦੀ ਸ਼ਕਤੀ ਨੂੰ ਤੂੰ ਮਿਣਨ ਦਾ ਯਤਨ ਨਾ ਕਰੀ, ਉਹਦੇ ਗੁਣ ਗਾਉਣੇ ਨੇ ਤੇ ਤੂੰ ਗਾ ਸਕਦਾ ਹੈ, ਆਪਣਾ ਜੀਵਨ ਉੱਚਾ ਕਰ ਸਕਣਾ। ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਇਹ ਉਹਦੀ ਤਾਕਤ ਹੈ। ਜਿਹੜਾ ਮਨੁੱਖ ਬਿਲਕੁਲ ਨੀਵਾਂ ਹੋਵੇ, ਧਰਤੀ ਤੇ ਡਿੱਗਿਆ ਹੋਇਆ, ਉਹਦੀ ਦ੍ਰਿਸ਼ਟੀ ਵਿੱਚ ਆ ਗਿਆ, ਆਕਾਸ਼ ਤੇ ਚੜਾ ਦੇਗਾ, ਉੱਚਾ ਕਰ ਦੇਗਾ। ਚੜੇ ਆਕਾਸ਼, ਤੇ ਜੇ ਕੋਈ ਆਕਾਸ਼ ਤੇ ਚੜਿਆ ਹੋਇਆ ਹੰਕਾਰੀ ਹੋ ਜਾਏ, ਗਿਰਾਵੇ, ਉਹਨੂੰ ਜ਼ਮੀਨ ਤੇ ਵੀ ਡੇਗ ਸਕਦਾ ਹੈ। ਖਲ ਮੂਰਖ ਤੇ ਪੰਡਿਤ ਕਰਬੋ, ਜਿਹਨੂੰ ਕੁਝ ਨਹੀਂ ਆਉਂਦਾ ਉਹਨੂੰ ਬੜਾ ਵੱਡਾ ਗਿਆਨ ਵੀ ਦੇ ਸਕਦਾ ਹੈ। ਇਹ ਉਹਦੀ ਸ਼ਕਤੀ ਦੇ ਗੁਣ ਗਾਏ ਗਏ ਨੇ, ਸ਼ਕਤੀ ਦਾ ਅੰਤ ਨਹੀਂ ਲਿਆ ਗਿਆ। ਜਿਹੜੇ ਬਿਲਕੁਲ ਖਲ ਮੂਰਖ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਇਹ ਇੱਕ ਬੰਦੇ ਅੱਗੇ ਗੱਲ ਨਹੀਂ ਕਰ ਸਕਦਾ, ਇਹ ਉਸ ਵਾਹਿਗੁਰੂ ਦੀ ਬਰਕਤ ਹੈ। ਇਹ ਕਿਸੇ ਬੰਦੇ ਨਾਲ ਗੱਲ ਹੀ ਨਹੀਂ ਕਰ ਸਕਦਾ, ਉਹਦੀ ਕਿਤੇ ਦ੍ਰਿਸ਼ਟੀ ਵਿੱਚ ਆ ਗਿਆ, ਇੱਕ ਦ੍ਰਿਸ਼ਟੀ ਫੇਰ ਦਿੱਤੀ ਤਾਂ ਸਾਰਾ ਗਿਆਨ ਉਹਨੂੰ ਬਖਸ਼ ਦਿੱਤਾ। ਖਲ ਮੂਰਖ, ਖਲ ਦਾ ਅਰਥ ਹੈ ਬੜਾ ਵੱਡਾ ਮੂਰਖ, ਜਿਹਦੀ ਮੂਰਖਤਾ ਦਾ ਕੋਈ ਅੰਤ ਨਾ ਹੋਵੇ। ਖਲ ਮੂਰਖ ਤੇ ਪੰਡਿਤ ਕਰਬੋ, ਤੇ ਵੱਡੇ ਵੱਡੇ ਪੰਡਿਤ
ਜਿਨ੍ਹਾਂ ਦੇ ਕੋਲ ਪੰਡਤਾਈ ਦੀਆਂ ਪੰਡਾਂ ਸਨ, ਅੱਖਰਾਂ ਦੀਆਂ ਪੰਡਾਂ ਸਨ, ਮੂਰਖ ਕਰਬੋ, ਜੇ ਉਹਦੀ ਦ੍ਰਿਸ਼ਟੀ ਫਿਰ ਗਈ ਤੇ ਉਹਦੇ ਵਿੱਚ ਐਸੀ ਉਹਨੇ ਉਲਟੀ ਭਾਸ਼ਾ ਪਾ ਦਿੱਤੀ ਵੀ ਜਦੋਂ ਬੋਲਦਾ ਗਲਤੀ ਬੋਲਦਾ। ਅਸੀਂ ਵੇਖਨੇ ਆ ਕਈ, ਇਹ ਤਾਂ ਗੁਰੂ ਮਿਹਰ ਕਰੇ ਵੀ ਆਪਣੀ ਨਜ਼ਰ ਰੱਖੀ ਰੱਖੇ, ਚੰਗੇ ਭਲੇ ਲੋਕ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਵਧੀਆ ਬੋਲਦੇ ਰਹੇ, ਗੁਰਮਤਿ ਦੀ ਗੱਲ ਕਰਦੇ ਰਹੇ, ਪਤਾ ਨਹੀਂ ਕੀ ਹੋਇਆ, ਇਸ ਤਰ੍ਹਾਂ ਦੀਆਂ ਗੱਲਾਂ, ਸ਼ਰਧਾ ਤੋਹੀਨ, ਗੁਰੂ ਤੇ ਤਰਕ, ਇਹ ਸ਼ੁਰੂ ਹੋ ਗਿਆ। ਕੀ ਹੋ ਗਿਆ ਇਸ ਨੂੰ? ਬੜਾ ਪਿਆਰ ਸੀ ਮਨ ਵਿੱਚ, ਬੜੇ ਸਿਧਾਂਤ ਸਨ, ਬੜਾ ਸੋਹਣਾ ਉਪਦੇਸ਼, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਸਨ, ਪਰ ਬਾਅਦ ਵਿੱਚ ਕੀ ਹੋ ਗਿਆ? ਇਉਂ ਲੱਗਦਾ ਕਿਤੇ ਹੰਕਾਰ ਹੋ ਗਿਆ ਤੇ ਰੱਬ ਦੀ ਦ੍ਰਿਸ਼ਟੀ ਹਟ ਗਈ ਵੀ ਲੈ ਹੁਣ ਤੇਰਾ ਗਿਆਨ ਬਸ ਇਹਦੀ ਚਾਬੀ ਪੁੱਠੀ ਕਰ ਦਿੱਤੀ, ਹੁਣ ਤੂੰ ਗਲਤ ਬੋਲ। ਖਲ ਮੂਰਖ ਤੇ ਪੰਡਿਤ ਕਰਬੋ, ਤੇ ਜੇ ਉਹਦੀ ਦ੍ਰਿਸ਼ਟੀ ਹਟ ਗਈ ਪੰਡਿਤ ਤੇ ਮੁਗਧਾਰੀ, ਮੁਗਧਾਰੀ ਦਾ ਅਰਥ ਹੈ ਬੜੇ ਸਿਆਣੇ ਪੰਡਿਤ ਨੂੰ ਉਹ ਮੂਰਖ ਬਣਾ ਦਿੰਦਾ ਹੈ। ਲੋਕ ਵੀ ਕਹਿੰਦੇ ਨੇ ਵੀ ਪਹਿਲਾਂ ਤੇ ਇਹ ਕਹਿੰਦਾ ਸੀ, ਹੁਣ ਬਾਅਦ ਵਿੱਚ ਉਹਨੂੰ ਖੰਡਨ ਕਰਨ ਲੱਗ ਗਿਆ, ਔਰ ਐਸਾ ਉਲਝਾਇਆ ਕਿ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ। ਇਹ ਉਹਦੀ ਬਰਕਤ, ਉਹਦੀ ਸ਼ਕਤੀ ਹੈ। ਇਸ ਲਈ ਸਤਿਗੁਰੂ ਬਾਣੀ ਵਿੱਚ ਇੱਕ ਬਚਨ ਕਹਿੰਦੇ ਨੇ, ਪੰਡਿਤ ਰੋਵੈ ਗਿਆਨ ਗਵਾਏ। ਸਿਆਣੇ ਸਿਆਣੇ ਲੋਕ ਵੀ ਡਰਦੇ ਰਹਿੰਦੇ ਨੇ। ਜਿਵੇਂ ਬਿਜ਼ਨਸ ਦੇ ਵਿੱਚ ਲੋਕ, ਜਿਵੇਂ ਘਰਾਂ ਦੇ ਵਿੱਚ, ਬਰਾਦਰੀ ਦੇ ਵਿੱਚ, ਰਾਜਨੀਤੀ ਵਿੱਚ ਲੋਕ ਇੱਕ ਦੂਜੇ ਤੋਂ ਡਰਦੇ ਨੇ ਨਾ, ਬਈ ਇਹ ਦੂਸਰਾ ਆ ਗਿਆ ਤੇ ਹੁਣ ਕਿਵੇਂ ਗੜਬੜ ਨਾ ਹੋ ਜਾਏ ਕੋਈ। ਤੇ ਤੁਸੀਂ ਖਿਆਲ ਕਰਨਾ, ਇਸ ਦੁਨੀਆ ਵਿੱਚ ਵੀ ਜਿਹੜੀ ਦੁਨੀਆ ਇਲਮ ਦੀ ਹੈ, ਆ ਬਾਹਰਲੇ ਗਿਆਨ ਦੀ, ਅੰਦਰਲੇ ਦੀ ਗੱਲ ਨਹੀਂ ਹੋ ਰਹੀ। ਉਸ ਗਿਆਨ ਵਿੱਚ ਕਿਸੇ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿ ਮੇਰਾ ਗਿਆਨ ਕਿਤੇ ਦੂਸਰੇ ਨਾਲੋਂ ਘਟ ਨਾ ਜਾਏ, ਕਿਉਂਕਿ ਉਹ ਘਟਦਾ ਵੱਧਦਾ ਹੈ ਹੀ ਨਹੀਂ। ਨਾ ਘਾਟ ਹੈ, ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਉਹਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਆਉਂਦਾ। ਔਰ ਜੇ ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਦਾ ਗਿਆਨ ਕਿਤੇ ਆ ਜਾਏ ਤੇ ਬੇਚਿੰਤਤਾਈ, ਨਾ ਅੱਗੇ ਲੰਘਣ ਦਾ ਖਤਰਾ, ਨਾ ਪਿੱਛੇ ਰਹਿਣ ਦਾ ਖਤਰਾ, ਕਿਉਂਕਿ ਥਾਂ ਹੀ ਆਖਰੀ ਆ ਗਈ, ਉਹਦੇ ਤੋਂ ਅੱਗੇ ਕੋਈ ਥਾਂ ਹੀ ਨਹੀਂ ਹੈ, ਉੱਥੇ ਕੋਈ ਚਿੰਤਾ ਨਹੀਂ ਹੈ। ਪਰ ਦੂਸਰਾ ਗਿਆਨ, ਜਿਹਨੂੰ ਛਪੜੀ ਦਾ ਗਿਆਨ ਕਿਹਾ ਗਿਆ, ਭਾਵ ਥੋੜਾ ਜਿਹਾ ਪਾਣੀ, ਉਹਦੀ ਤੇ ਚਿੰਤਾ ਬਣੀ ਹੀ ਰਹਿੰਦੀ, ਕਿਤੇ ਧੁੱਪ ਤੇ ਹਵਾ ਇਹਨੂੰ ਸੁਕਾ ਨਾ ਜਾਏ, ਇਹਨੂੰ ਜਾਨਵਰ ਨਾ ਪੀ ਜਾਣ, ਇਹ ਗਿਆਨ ਕਿਤੇ ਖਤਮ ਨਾ ਹੋ ਜਾਏ। ਪਰ ਇਹ ਦੂਸਰਾ ਗਿਆਨ ਜਿਹੜਾ ਖੂਹ ਵਰਗਾ ਹੈ, ਗੁਰੂ ਦਾ ਗਿਆਨ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਹੈ, ਉਪਜਿਓ ਨਿਰਮਲ ਗਿਆਨ। ਮਾਤਾ ਜੀ ਨੇ ਪੁੱਛਿਆ ਸੀ ਕਿ ਬੇਟਾ ਤੁਸੀਂ ਉੱਠਦੇ ਨਹੀਂ, ਕੋਈ ਹੀਲਾ ਵਸੀਲਾ ਕਰੋ, ਕੋਈ ਸਿੱਖ ਲਓ, ਚਾਰ ਗੱਲਾਂ ਕਰਨੀਆਂ, ਤੁਸੀਂ ਗੁਰੂ ਕੇ ਪੁੱਤਰ ਹੋ। ਆ ਲੋਕ ਵੀ ਤੇ ਤਾਂ ਹੀ ਚਾਰ ਪੈਸੇ ਦੇਣਗੇ ਨਾ ਜੇ ਚਾਰ ਗੱਲਾਂ ਤੁਹਾਨੂੰ ਆਉਣਗੀਆਂ। ਉਹਨਾਂ ਦੀ ਕੁਦਰਤੀ ਤੌਰ ਤੇ ਮਾਂ ਦੀ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ, ਮਾਈ ਮੈਂ ਧਨ ਪਾਇਓ ਹਰ ਨਾਮ। ਮੈਨੂੰ ਉਹ ਧਨ ਲੱਭਾ ਹੈ ਜਿਹਦਾ ਇੱਕ ਸਿੱਕਾ ਮੈਂ ਚਲਾ ਦਿਆਂ ਨਾ ਤੇ ਸਾਰੀ ਦੁਨੀਆ ਦਾ ਧਨ ਇੱਥੇ ਢੇਰ ਬਣ ਕੇ ਲੱਗ ਜਾਏਗਾ। ਇੱਕੋ ਹੀ ਸਿੱਕਾ ਬਸ, ਜ਼ਿਆਦਾ ਨਹੀਂ ਹੈ। ਮੈਂ ਧਨ ਪਾਇਓ ਹਰ ਨਾਮ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਤ ਰਹੈ। ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਇੱਕ ਮੈਨੂੰ ਸਿੱਕਾ ਦਿੱਤਾ ਹੈ ਨਾ, ਧਨ ਦਿੱਤਾ ਹੈ ਮੇਰੇ ਵਾਹਿਗੁਰੂ ਨੇ, ਮੈਂ ਉਹਨੂੰ ਚਲਾਉਣਾ ਨਹੀਂ, ਕਿਉਂਕਿ ਮੈਨੂੰ ਪਤਾ ਹੈ ਉਹ ਧਨ ਕਿਵੇਂ ਦਾ ਹੈ। ਔਰ ਇਸ ਤਰ੍ਹਾਂ ਹੋਇਆ ਵੀ। ਗੁਰੂ ਤੇਗ ਬਹਾਦਰ ਸਾਹਿਬ ਕੋਲ ਇੰਨੇ ਧਨ ਆ ਗਿਆ, ਇੰਨੀ ਲੋਕ ਇਕੱਠੇ ਹੋ ਗਏ ਵੀ ਜਦੋਂ ਉਹਨਾਂ ਨੇ ਮਾਲਵੇ ਦੀ ਯਾਤਰਾ ਕੀਤੀ ਸੀ, ਇਤਿਹਾਸ ਕਹਿੰਦਾ 20-25 ਹਜ਼ਾਰ ਬੰਦਾ ਉਹਨਾਂ ਦੇ ਨਾਲ ਤੁਰਦਾ ਸੀ। ਮਾਲਵੇ ਦੀ ਯਾਤਰਾ ਕੀਤੀ, ਪ੍ਰਚਾਰ ਕੀਤਾ, ਸਾਰੇ ਫਿਰਕਿਆਂ ਦੇ ਫਕੀਰ, ਸਾਰੀ ਤਰ੍ਹਾਂ ਦੇ ਲੋਕ, ਜਿੱਥੇ ਜਾਣਾ ਉੱਥੇ ਥਾਂ ਨਹੀਂ ਲੱਭਣੀ। ਇਹ ਲੋਕ ਇਕੱਠੇ ਹੋ ਗਏ ਤੇ ਸਤਿਗੁਰਾਂ ਨੇ ਫਿਰ ਉਹ ਗੱਲ ਯਾਦ ਕੀਤੀ
क्योंकि आम संसारी मन तो इस तरह ही कहता है बई ये किवें कामयाब होवेगा जीवन विच। सतगुरां ने क्योंकि माता ने कहा सी इसलिए उन्हां दे संबंधित शब्द उच्चारण कीता, माई मैं धन पायो हर नाम, मैं तैनूं इस धन बारे दसां। दुनिया दा धन ज्यों-ज्यों वधदा है त्यों-त्यों मन दौड़दा है, ते इह धन नाम दा ज्यों-ज्यों वधदा है त्यों-त्यों मन टिकदा जांदा है। इन्हां दोवां तर੍ਹਾਂ ਦੀ धन दे विच शक्ति दे विच बड़ा वड्डा फर्क है। उस धन दे नाल मन खिंडदा है, मन चंचल हुंदा है, मन दौड़ेगा। और उस धन संसार दे धन दा इह विग्यान है कि जिहदे कोलों 100 आ जाए वह अगे वधाउणा शुरू कर दिंदा है। इह जिहड़ा धन है ते तुहानूं पता है जिहड़ी चीज दे नाल इह लफज जुड़ जाए ना, मैला जां निर्मल, आपां जिहड़ी चीज नूं कहीए बड़ी साफ है, बड़ी धुपी हुई है, ये गल प्रतख है भी वो मैली भी हो सकती है। पहला वो मैली सी तां ही साफ हुई ना। इत्थे निर्मल ज्ञान का अर्थ है वो ज्ञान जिवें मैं कल बेनती कीती सी, ये ते मनुख दे उत्ते डिपेंड करदा है कि वो कि जिहड़ी चीज नूं धर्म नूं कमा रहा है वो अपनी मैल भी नालों कढ रहा कि नहीं, नहीं तो वो सारे चीजां नूं मैला कर देगा, हर एक चीज नूं मैली करके रख देगा। ज्ञान जिहड़ा है बाहरों जिहड़ा इकट्ठा कीता होया है उहदे विच मैल पै जांदी, जिहड़ा दिमाग दा ज्ञान है केवल, जिहड़ी चीज सिमरती दा हिस्सा है, दिमाग दा एक हिस्सा जिहनूं सिमरती कहंदे, यादाश्त, जो यादाश्त नूं अपने अंदर स्टोर बना के रखदी। पर यह ज्ञान जिहड़ा नवां नवां ताजा ज्ञान जिन्हों लाइव टैलीकास्ट शब्द वरतिया गया है, नालों नाल प्रसारण, ये ज्ञान सिमरती विचों नहीं आउंदा। ये गल ठीक है कि सिमरतियां दे ज्ञान यादाश्त दे विच पिया होया स्टोर सबजैक्ट वो मनुख नूं बड़ी खिच पांदे ने, उहनूं बड़ा अंदोलित करदे ने, बड़े प्रभाव पैंदे ने, सबजैक्ट बन सकदे ने धर्म दे। पर सबजैक्ट जिन्ने होणगे धर्म की व्याख्या दे सारे सिमरती विचों आउणगे, वो हिरदे विचों पैदा नहीं होणगे। इस करके सतगुरु कह रहे ने, मैं बेनती कर रहा सा, प्रभु दी शक्ति शिव शक्त आप उपाय कै करता, वाहिगुरु दी शक्ति सारे संसार विच पसर रही है, वो अपनी ताकत नूं वरत रहा है शब्द दे राहीं, हुक्म दे राहीं। ते सतगुरु कहंदे ने कि ओदी शक्ति बड़ी असीम है, बड़ी बेअंत है, वो कुछ दा कुछ भी कर सकदा है। ते खल मूर्ख ते पंडित करबो, पंडित ते मुगधारी, इस तरह वो किसी नूं भी तब्दील कर दिंदा है अपनी ताकत दे नाल, उहनूं बदल दिंदा है। इसलिए अज दे शब्द विच सतगुरु ने कहा हुक्म दे राहीं सारा संसार चल रहा है, हुक्म ही होवन आकार। ते जे ये चीज साडी थोड़ी जी आपां मन लईए भी सानूं उहदा हुक्म चला रहा है, फिर साडे मन दे विचों चिंतावां, दुख, जिंदगी होर तरह दी हो जाएगी। इउं लगेगा कि साडे चौहां पासे कोई साडी रखवाली कर रहा है, साडे जीवन नूं कोई वेख रहा, साडे शरीर नूं भी कोई चला रहा, साडे कारोबार नूं भी कोई चला रहा है। इस अवस्था दे विच ही बेपरवाह लोग पैदा होए, जिन्हां ने उहदे हुक्म नूं वेख लिया भी मैनूं ओह चला रहा है। जिन्हें अपनी वाग डोर उस वाहिगुरू दे हत्थ दे विच दे दित्ती, सारा जीवन उहनूं सौंप दिता, उहदे जीवन विचों चिंता खंभ ला के उड़ गई, क्योंकि सब कुछ वो कर रहा है। ते दूसरा लफज वो भाणे विच जाउणा सिख लैंदा है। गुरु अर्जन देव जी दे उत्ते एक शाही जरनैल ने हमला करन दा यतन कीता, ते गुरु अर्जन देव जी ने उत्थे इस हुक्म की व्याख्या की। ये सुलही खान जिहड़ा है चढ़ के आया गुरु अर्जन देव जी का असबाब उन्हां नूं खत्म करन वास्ते, ते गुरु के सिखां ने कहा महाराज कोई उपराला करना चाहिए। किसी ने कहा कि एक चिट्ठी लिख के उहदे तक भेजनी करिए, उस चिट्ठी दे राहीं, उस परवाने दे राहीं कोई बेनती की जाए भी साडा गुनाह कोई नहीं है। दूसरे ने कहा कि 2 4 10 बंदे इकट्ठे होकर सुलही खान नूं मिलिए, बादशाह नूं मिलिए भी साडा की गुनाह है, साडे उत्ते फौज चढ़ाई जा रही है। तीजिया ने कहा भी महाराज सानू कोई होर उपराला करना चाहिए है। इत्थे मैं
ਗੁਰਮਤਿ ਦਾ ਸਿਧਾਂਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਬਈ ਜਦੋਂ ਇੱਕ ਪਾਸੇ ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਕਹਿ ਰਹੇ ਨੇ, ਨਾ ਮੈਂ ਚਿੱਠੀ ਲਿਖ ਕੇ ਭੇਜਣੀ ਹੈ, ਨਾ ਮੈਂ 4 ਆਦਮੀ ਭੇਜਣੇ ਨੇ, ਤੇ ਨਾ ਮੈਂ ਕੋਈ ਹੋਰ ਉਪਾਅ ਕਰਨਾ ਹੈ। ਖਿਆਲ ਕਰਨਾ, 10ਵੇਂ ਜਾਮੇ ਵਿੱਚ ਉਸੇ ਗੁਰੂ ਨੇ 10ਵੇਂ ਸਰੀਰ ਦੇ ਵਿੱਚ ਚਿੱਠੀ ਲਿਖ ਕੇ ਵੀ ਭੇਜੀ ਔਰੰਗਜ਼ੇਬ ਦੇ ਕੋਲ, ਜ਼ਫਰਨਾਮਾ। ਉਹਦੇ ਕੀ ਕਾਰਨ ਸਨ? ਉਪਾਅ ਵੀ ਕੀਤਾ, ਸ਼ਸਤਰ ਵੀ ਪਕੜੇ, ਜੰਗ ਕੀਤੀ, ਲੜਾਈ ਕੀਤੀ। ਇਹਦੇ ਵਿੱਚ ਅੰਤਰ ਕੀ ਹੈ? ਤੇ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹਾ, ਕਹਿਣ ਲੱਗੇ, ਪ੍ਰਥਮੈ ਮਤਾ ਜੇ ਪੱਤਰੀ ਚਲਾਵੋ। ਪੱਤਰੀ ਦਾ ਅਰਥ ਹੁੰਦਾ ਚਿੱਠੀ। ਪਹਿਲਾ ਸਲਾਹ ਇਹ ਕੀਤੀ ਗਈ ਗੁਰੂ ਕੇ ਸਿੱਖਾਂ ਵੱਲੋਂ, ਇਹ ਗੁਰਬਾਣੀ ਦਾ ਸ਼ਬਦ ਹੈ। ਪਹਿਲੀ ਸਲਾਹ ਕੀਤੀ ਗਈ ਕਿ ਪ੍ਰਥਮੈ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ। 2-4 ਬੰਦੇ ਭੇਜੀਏ। ਤ੍ਰਿਤੀਏ ਮਤਾ, ਤੀਜੀ ਸਲਾਹ ਹੋਈ ਵੀ ਕਿਛ ਕਰੋ ਉਪਾਇਆ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਸਭ ਕਿਛ ਛੋੜ ਇੱਕ ਤੂੰ ਹੀ ਧਿਆਇਆ। ਮੈਂ ਇਹਨਾਂ ਤਿੰਨਾਂ ਨੂੰ ਨਹੀਂ ਵਰਤਿਆ, ਰੱਬ ਨੂੰ ਯਾਦ ਕੀਤਾ। ਇਹਨਾਂ ਨੂੰ ਛੱਡ ਕੇ ਟੇਕ ਉਹਦੀ ਲੈ ਲਈ, ਸਹਾਰਾ ਉਹਨੂੰ ਲਿਆ। ਤੇ ਫਿਰ ਕੀ ਹੋਇਆ? ਉਹ ਜਿਹੜਾ ਸੁਲਹੀ ਖਾਂ ਸੀ, ਉਹ ਰਸਤੇ ਵਿੱਚ ਆਇਆ ਸਮੇਤ ਫੌਜ। ਰਾਹ ਵਿੱਚ ਵੱਡਾ ਭਰਾ ਪ੍ਰਿਥੀ ਚੰਦ ਮਿਲਿਆ, ਉਹਨੂੰ ਆਪਣਾ ਭੱਠਾ ਦਿਖਾਉਣ ਵਾਸਤੇ ਲੈ ਕੇ ਗਿਆ। ਉਹ ਭੱਠੇ ਤੇ ਚੜਿਆ ਤੇ ਸਮੇਤ ਘੋੜੇ ਭੱਠੇ ਵਿੱਚ ਸੜ ਕੇ ਮਰ ਗਿਆ। ਇਹ ਵੀ ਗੁਰਬਾਣੀ ਦੇ ਵਿੱਚ ਬਚਨ ਆਉਂਦਾ। ਸਤਿਗੁਰੂ ਬਚਨ ਕਹਿੰਦੇ, ਸੁਲਹੀ ਤੇ ਨਾਰਾਇਣ ਰਾਖ। ਨਾਰਾਇਣ ਨੇ ਸਾਨੂੰ ਸੁਲਹੀ ਖਾਣ ਤੋਂ ਬਚਾ ਲਿਆ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ। ਉਹਦਾ ਹੱਥ ਸਾਡੇ ਤੱਕ ਆਇਆ ਹੀ ਨਹੀਂ। ਔਰ ਦੂਸਰੀ ਗੱਲ ਹੋਈ, ਕਹਿਣ ਲੱਗੇ, ਸੁਲਹੀ ਹੋਏ ਮੁਆ ਨਾ ਪਾਕ। ਕਿਉਂਕਿ ਮੁਸਲਮਾਨ ਮਤ ਦੇ ਵਿੱਚ ਮੰਨਿਆ ਜਾਂਦਾ, ਜਿਹੜਾ ਮਨੁੱਖ ਮਰਨ ਤੋਂ ਬਾਅਦ ਅੱਗ ਵਿੱਚ ਸੜ ਜਾਏ ਉਹ ਅਪਵਿੱਤਰ ਹੋ ਜਾਂਦਾ ਹੈ। ਪਰ ਸੁਲਹੀ ਜਿਉਂਦਾ ਹੀ ਅੱਗ ਦੇ ਵਿੱਚ ਸੜ ਕੇ ਮਰ ਗਿਆ। ਇੱਥੇ ਕੋਈ ਉਪਾਅ ਨਹੀਂ ਕਰ ਰਿਹਾ ਗੁਰੂ ਸਾਹਿਬ। ਇਹ ਇੱਕ ਦਸ਼ਾ ਹੈ ਧਰਮ ਦੀ, ਇੱਕ ਹਿੱਸਾ ਹੈ। ਇਹਦਾ ਅਰਥ ਇਹ ਨਹੀਂ ਕਿ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕੋਈ ਯਤਨ ਉਪਰਾਲਾ ਨਹੀਂ ਕਰਨਾ। ਵੱਖਰੇ ਵੱਖਰੇ ਪਾਤਸ਼ਾਹੀਆਂ ਨੇ ਵੱਖਰੇ ਵੱਖਰੇ ਸਰੀਰਾਂ ਦੇ ਅੰਦਰ ਕਈ ਤਰ੍ਹਾਂ ਦੇ ਉਪਦੇਸ਼ ਦੇ ਕੇ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਦਿੱਤਾ, ਜਿਹਨੂੰ ਕਿਹਾ ਖਾਲਸਾ। 10ਵੇਂ ਜਾਮੇ ਤੱਕ ਨਾ ਇੱਥੇ ਸੰਪੂਰਨਤਾ ਨਹੀਂ ਸੀ ਹੋਈ। ਤੁਸੀਂ ਜਾਣਦੇ ਹੋ ਵੀ ਗੁਰੂ ਅਰਜਨ ਦੇਵ ਜੀ ਨੇ ਸਿਧਾਂਤ ਦਿੱਤਾ, ਤੇ ਇੱਥੇ ਇਹ ਮਨ ਵਿੱਚ ਗੱਲ ਆਏਗੀ ਵੀ ਹੁਣ ਅਸੀਂ ਰੱਬ ਤੇ ਛੱਡ ਕੇ ਜੀਵੀਏ ਜਾਂ ਆਪ ਪ੍ਰਬੰਧ ਕਰੀਏ ਜੀਵਨ ਦਾ, ਉਹਦੇ ਭਾਣੇ ਦੇ ਅਨੁਸਾਰ ਚੱਲੀਏ ਜਾਂ ਅਸੀਂ ਆਪ ਜ਼ੋਰ ਲਾਈਏ। ਇੱਥੋਂ ਤੱਕ ਸੰਪੂਰਨਤਾ ਨਹੀਂ ਸੀ ਆਈ। ਇੱਥੇ ਇੱਕ ਸਿਧਾਂਤ ਦਿੱਤਾ ਗੁਰੂ ਨੇ ਕਿ ਤੂੰ ਇਸ ਤਰ੍ਹਾਂ ਜਿਉਂ, ਉਹਦੇ ਉੱਤੇ ਟੇਕ ਰੱਖ ਕੇ, ਉਹਦੇ ਉੱਤੇ ਸਾਰਾ ਕੁਝ ਸੌਂਪ ਕੇ, ਵਾਹਿਗੁਰੂ ਤੇਰੀ ਰਾਖੀ ਕਰੇਗਾ, ਤੇਰੇ ਜੀਵਨ ਦੇ ਵਿੱਚ ਤੈਨੂੰ ਹੱਥ ਦੇ ਕੇ ਰੱਖੇਗਾ। ਪਰ ਜੇ ਇਹ ਸਭ ਕੁਝ ਹੋਣ ਦੇ ਬਾਵਜੂਦ ਹੋਰ ਵਧੀਕੀ ਅੱਗੇ ਵਧੀ ਗਈ, ਅੱਗੇ ਚੱਲ ਗਿਆ ਸਭ ਕੁਝ, ਉਹਦੇ ਤੋਂ ਬਾਅਦ ਤੂੰ ਸ਼ਸਤਰ ਫੜਨ ਦੀ ਗੱਲ ਸ਼ੁਰੂ ਕਰੀ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ, ਜਦੋਂ ਸਰਕਾਰ ਵੱਲੋਂ ਬੜੀ ਸਖਤੀ ਕੀਤੀ ਗਈ ਤੇ ਗੁਰਸਿੱਖਾਂ ਨੇ ਕਿਹਾ, ਕਿਉਂਕਿ ਗੁਰੂ ਅਰਜਨ ਦੇਵ ਜੀ ਆਪ ਬੜੇ ਚੰਗੇ ਘੋੜ ਸਵਾਰ ਸਨ, ਨੇਜੇਬਾਜ਼ ਸਨ, ਸ਼ਸਤਰ ਚਲਾ ਲੈਂਦੇ ਸਨ, ਬੜੇ ਨਿਪੁੰਨ ਸਨ ਸ਼ਸਤਰ ਵਿਦਿਆ ਵਿੱਚ। ਤੇ ਗੁਰਸਿੱਖਾਂ ਨੇ ਸਲਾਹ ਵੀ ਕੀਤੀ, ਮਹਾਰਾਜ ਆਪਾਂ ਕੋਈ ਆਪਣੀ ਫੌਜ ਬਣਾ ਲਈਏ, ਪ੍ਰਬੰਧ ਕਰੀਏ। ਤੇ ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ, ਹਥਿਆਰ ਤਾਂ ਪਕੜਨੇ ਹਨ ਪਰ ਹਰਗੋਬਿੰਦ ਦੇ ਰੂਪ ਅੰਦਰ। ਇਹ ਗੁਰੂ ਦੀ ਖੇਡ ਹੈ ਨਾ। ਸਤਿਗੁਰੂ ਨੇ ਜਵਾਬ ਦਿੱਤਾ, ਹਥਿਆਰ ਤਾਂ ਪਕੜਨੇ ਹਨ ਪਰ ਹਰਗੋਬਿੰਦ ਦੇ ਰੂਪ ਵਿੱਚ ਅਜੇ ਨਹੀਂ, ਅਜੇ ਮੇਰਾ ਹੋਰ ਪੀਰੀਅਡ ਚੱਲ ਰਿਹਾ ਹੈ। ਇੱਥੇ ਸਮਝਣ ਵਾਸਤੇ ਇਹ ਵੇਖਣਾ ਪਏਗਾ। ਕਈ ਲੋਕ ਇਹ ਕਹਿੰਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ 10 ਪਾਤਸ਼ਾਹੀਆਂ ਦੀ ਜੋਤ ਕਹਿੰਦੇ ਹੋ, ਤੇ 10 ਪਾਤਸ਼ਾਹੀਆਂ ਦੀ ਬਾਣੀ ਤਾਂ ਵਿੱਚ ਹੈ ਨਹੀਂ। 6 ਗੁਰੂਆਂ ਦੀ ਬਾਣੀ ਹੈ, ਬਾਕੀ 4 ਦੀ ਨਹੀਂ ਹੈ। ਜਿਵੇਂ ਇੱਕ ਟੀਚਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਪੀਰੀਅਡ, ਕਿੰਨੀਆਂ ਘੰਟੀਆਂ ਲੈਂਦਾ, ਕਿੰਨੀਆਂ ਕਲਾਸਾਂ ਦੀਆਂ,
ਤੇ ਉਹ ਸਾਰੀਆਂ ਕਲਾਸਾਂ ਦੇ ਵਿੱਚ ਇੱਕੋ ਹੀ ਸਬਜੈਕਟ ਨਹੀਂ ਪੜ੍ਹਾਈ ਜਾਂਦਾ, ਉਹਨੂੰ ਫਰਕ ਪਾਉਣਾ ਪੈਂਦਾ ਹੈ। ਉਹਦੇ ਲੈਸਨ ਤਬਦੀਲ ਹੋ ਜਾਂਦੇ ਨੇ। ਸਵੇਰ ਤੋਂ ਸ਼ਾਮ ਤੱਕ ਸਕੂਲ ਦੇ ਵਿੱਚ ਜਿਹੜੇ 6-7 ਪੀਰੀਅਡ ਹੁੰਦੇ ਨੇ, ਉਹਦਾ ਸਮਾਂ ਵੰਡਿਆ ਹੁੰਦਾ ਤੇ ਉਹਨੇ ਜਿਹੜੀ ਪਹਿਲੀ ਘੰਟੀ ਦੇ ਵਿੱਚ ਪਹਿਲੇ ਪੀਰੀਅਡ ਵਿੱਚ ਜਿਹੜਾ ਲੈਸਨ ਸਬਕ ਦਿੱਤਾ ਹੈ, ਉਹ ਜ਼ਰੂਰੀ ਨਹੀਂ ਵੀ ਦੂਸਰੀ ਵਿੱਚ ਹੀ ਉਹ ਪੜ੍ਹਾਏ, ਉਹਨੂੰ ਪਰਤ ਕੇ ਰਿਪੀਟ ਕਰਦਾ, ਉਹ ਬਦਲ ਜਾਏਗਾ। ਟੀਚਰ ਇੱਕੋ ਹੀ ਹੈ। ਜ਼ਰੂਰੀ ਨਹੀਂ ਕਿ ਦੂਸਰੇ ਪੀਰੀਅਡ ਵਿੱਚ ਜੋ ਪੜ੍ਹਾ ਰਿਹਾ ਉਹ ਤੀਸਰੇ ਵਿੱਚ ਕਰੇ, ਜੋ ਪੰਜਵੇਂ ਵਿੱਚ ਪੜ੍ਹਾ ਰਿਹਾ ਉਹ ਛੇਵੇਂ ਵਿੱਚ ਵੀ ਉਹੀ ਕਰੇ। ਇਹ ਜ਼ਰੂਰੀ ਨਹੀਂ ਕਿ ਪੰਜਵੇਂ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੰਗ ਨਹੀਂ ਕਰਦੇ, ਛੇਵੇਂ ਵਿੱਚ ਕਰਨ ਲੱਗ ਪਏ ਤੇ ਉਹ ਗੁਰੂ ਨਾਨਕ ਦੀ ਜੋਤ ਨਹੀਂ ਹੈ। ਉਹ ਹੀ ਜੋਤ ਹੈ, ਪਰ ਉਹਦਾ ਪੀੜ ਬਦਲ ਗਿਆ, ਉਹਦਾ ਸਮਾਂ ਬਦਲ ਗਿਆ। ਜਦੋਂ ਸਮਾਂ ਬਦਲਿਆ ਤੇ ਕਰਮ ਵੀ ਬਦਲ ਗਏ। ਫਿਰ ਜੰਗ ਦਾ ਵਕਤ ਆ ਗਿਆ, ਫਿਰ ਬਾਣੀ ਉਚਾਰਨ ਦਾ ਸਮਾਂ ਬੰਦ ਹੋ ਗਿਆ। ਫਿਰ ਕੋਈ ਵਕਤ ਆਇਆ ਨੌਵੇਂ ਪਾਤਸ਼ਾਹ ਦੇ ਵਕਤ, ਫਿਰ ਉਹ ਬਾਣੀ ਉਚਾਰਨ ਕਰ ਦਿੱਤੀ। ਇੱਕੋ ਜੋਤ ਨੇ ਇੰਨੇ ਵੱਖਰੇ ਵੱਖਰੇ ਕੰਮ ਕਿਉਂ ਕੀਤੇ? ਕਿਉਂਕਿ ਕੁਦਰਤੀ ਤੌਰ ਹੈ, ਵੱਖਰੇ ਵੱਖਰੇ ਪੀੜ, ਸਮਾਂ ਵੱਖਰਾ ਸੀ। 239 ਸਾਲ ਨੂੰ ਵੰਡਿਆ 10 ਹਿੱਸਿਆਂ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ 10 ਸਰੀਰਾਂ ਦੇ ਰਾਹੀਂ ਵੱਖਰੇ ਵੱਖਰੇ ਕੰਮ ਕਰਕੇ ਦਿਖਾਏ ਤੇ ਫਿਰ ਅਖੀਰ ਦੇ ਵਿੱਚ ਉਹਨਾਂ 10 ਸਰੀਰਾਂ ਦੇ ਵਿੱਚ ਕੀਤੇ ਹੋਏ ਜਿੰਨੇ ਕੰਮ ਸਨ, ਉਹਨਾਂ ਦਾ ਇੱਕ ਇੱਕ ਛੋਟਾ ਛੋਟਾ ਕੇਂਦਰ ਬਿੰਦੂ ਇਕੱਠਾ ਕਰਕੇ 239 ਸਾਲਾਂ ਦਾ, ਉਹਨਾਂ ਦਾ ਇੱਕ ਇੱਕ ਤੱਤ ਇਕੱਠਾ ਕਰਕੇ ਉਹਦਾ ਫਿਰ ਬਣਾਇਆ ਖਾਲਸਾ। ਉਹਦੇ ਵਿੱਚ ਸਾਰਾ ਕੁਝ ਪਾ ਦਿੱਤਾ, ਉਹਨੂੰ ਕਿਹਾ ਗਿਆ ਖਾਲਸਾ। ਇਸ ਲਈ ਦੋ ਜਿਹੜੇ ਲਫ਼ਜ਼ ਨੇ, ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਖਾਲਸਾ, ਤੇ ਕੁਝ ਸੱਜਣ ਵਾਰ-ਵਾਰ ਪੁੱਛਦੇ ਵਾਹਿਗੁਰੂ ਸ਼ਬਦ ਦਾ ਕੀ ਅਰਥ ਹੈ, ਵਾਹਿਗੁਰੂ ਕੀ ਹੈ? ਬੜੀ ਪਿਆਰੀ ਗੱਲ ਉਹਨਾਂ ਨੇ ਕਹੀ। ਕਹਿਣ ਲੱਗੇ ਵਾਹਿਗੁਰੂ ਤੇ ਖਾਲਸਾ ਇੱਕੋ ਹੀ ਚੀਜ਼ ਹੈ। ਇਹਦੇ ਅਰਥ ਕੀ ਨੇ, ਕਾਹਦਾ ਬਣਿਆ? ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਜਿੰਨੀਆਂ ਬਰਕਤਾਂ ਨੇ, ਇਸ ਸੰਸਾਰ ਵਿੱਚ ਜਿੰਨਾ ਗਿਆਨ ਹੈ, ਤੇ ਗੁਰੂ ਸਾਹਿਬ ਦੇ 239-40 ਸਾਲ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੰਨੀ ਮਿਹਨਤ, ਜਿੰਨੀ ਕਮਾਈ, ਜਿੰਨੇ ਉਪਦੇਸ਼ ਦਿੱਤੇ ਨੇ ਗੁਰੂ ਜੋਤ ਨੇ 239 ਸਾਲਾਂ ਦੇ, ਉਹਨਾਂ ਸਾਰੇ ਉਪਦੇਸ਼ਾਂ ਦਾ ਇੱਕ ਛੋਟਾ ਛੋਟਾ ਬੀਜ ਮਾਤਰ ਇਕੱਠਾ ਕੀਤਾ ਤੇ ਉਹਦੇ ਸੁਮੇਲ ਤੋਂ ਬਣਿਆ ਵਾਹਿਗੁਰੂ ਸ਼ਬਦ ਤੇ ਖਾਲਸਾ ਸ਼ਬਦ। ਉਹਦਾ ਇਕੱਠ ਹੈ ਸਾਰਾ, ਉਹਦਾ ਮੁਜੱਸਮਾ ਹੈ। ਇਹ ਸਾਰੀ ਇੱਕੋ ਹੀ ਜੋਤ ਦੀ ਕਾਰਵਾਈ ਹੈ, ਇੰਨੀ ਲੰਮੀ। ਪਰ ਸਤਿਗੁਰਾਂ ਨੇ ਵੱਖਰੇ ਵੱਖਰੇ ਸਰੀਰਾਂ ਵਿੱਚ ਕਰਨੀ ਸੀ। ਇਸ ਕਰਕੇ ਕੋਈ ਮਤਭੇਦ ਨਹੀਂ ਕਿ ਕਿਹੜੇ ਗੁਰੂ ਨੇ ਬਾਣੀ ਨਹੀਂ ਉਚਾਰੀ। ਉਹ ਗੁਰੂ ਦਾ ਪੇੜ ਹੋਰ ਕੰਮ ਕਰਨ ਦਾ ਸੀ। ਜ਼ਰੂਰੀ ਨਹੀਂ ਕਿ ਇੱਕ ਮਨੁੱਖ ਸਵੇਰੇ ਪ੍ਰਸ਼ਾਦਾ ਛਕਦਾ, ਸਾਰਾ ਦਿਨ ਪ੍ਰਸ਼ਾਦਾ ਹੀ ਛਕੀ ਜਾਂਦਾ ਹੈ, ਫਿਰ ਕੰਮ ਵੀ ਕਰਦਾ ਹੈ, ਫਿਰ ਉਹ 12 ਘੰਟਿਆਂ ਦੇ ਵਿੱਚ ਕਿਸੇ ਨਾਲ ਗੱਲ ਵੀ ਕਰਦਾ ਹੈ, ਫਿਰ ਉਹਦੇ ਵਿੱਚ ਉਹ ਇਸ਼ਨਾਨ ਵੀ ਕਰਦਾ ਹੈ, ਉਹਦੇ ਵਿੱਚ ਕੋਈ ਅਖਬਾਰ ਵੀ ਪੜ੍ਹਦਾ ਹੈ, ਉਹਦੇ ਵਿੱਚ ਉਹ ਸੈਰ ਵੀ ਕਰਦਾ ਹੈ। ਇਹ ਨਹੀਂ ਕਿ ਇੱਕ ਮਨੁੱਖ 12 ਦੇ 12 ਘੰਟੇ ਉਹ ਭੋਜਨ ਹੀ ਛਕੀ ਜਾਏਗਾ। ਇਹ ਜ਼ਰੂਰੀ ਨਹੀਂ ਕਿ ਗੁਰੂ ਨਾਨਕ ਦੇਵ ਸਾਰੇ 10 ਸਰੀਰਾਂ ਦੇ ਵਿੱਚ ਬਾਣੀ ਹੀ ਉਚਾਰੀ ਕਰੀ ਜਾਣਗੇ। ਵੱਖਰੇ ਵੱਖਰੇ ਕੰਮ ਉਹਨਾਂ ਨੇ ਕਰਨੇ ਸਨ। ਇਸ ਕਰਕੇ ਇਹ ਭੇਦ ਸਤਿਗੁਰਾਂ ਨੇ ਇੱਕ ਸਿਧਾਂਤ ਦਿੱਤਾ ਕਿ ਤੂੰ ਵਾਹਿਗੁਰੂ ਤੇ ਛੱਡ ਕੇ ਜ਼ਿੰਦਗੀ ਨੂੰ ਜਿਉਂ। ਇਹ ਸੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਇੱਕ ਹਿੱਸਾ ਸੀ ਵਿੱਚ ਪਾ ਦਿੱਤਾ ਖਾਲਸੇ ਦੇ, ਇੱਕ ਬੀਜ, ਕਿ ਤੂੰ ਬੇਪਰਵਾਹ ਹੋ ਕੇ ਆਪਣੇ ਜੀਵਨ ਦੀ ਡੋਰ ਉਹਦੇ ਹੱਥ ਵਿੱਚ ਛੱਡ ਕੇ ਜਿੰਦਾ ਰਹਿ, ਉਹਦੇ ਭਾਣੇ ਨੂੰ ਪਹਿਚਾਣ, ਉਹਦੇ ਹੁਕਮ ਵਿੱਚ ਜਿਉ। ਉਹ ਜੋ ਕੁਝ ਕਰਦਾ ਠੀਕ ਕਰ ਰਿਹਾ, ਪਰ ਨਾਲ ਤੇਰੇ ਵਿੱਚ ਸਮਾਂ ਆਉਣ ਤੇ ਉਹ ਬਰਕਤ ਤੇ ਉਹ ਸ਼ਕਤੀ ਜਿਹੜੀ ਰੱਬ ਨੇ ਤਾਕਤ ਦਿੱਤੀ ਏ, ਕਿਸੇ ਸਮੇਂ ਇਸ ਤਰ੍ਹਾਂ ਦਾ ਵਕਤ ਆ ਜਾਏ ਜਦੋਂ ਤੈਨੂੰ ਆਪ ਆਪਣਾ ਪ੍ਰਬੰਧ ਕਰਨਾ ਪਏ। ਉਦੋਂ ਉਹ ਸਿਧਾਂਤ ਦਿੱਤਾ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਇਸੇ ਤਰ੍ਹਾਂ ਧਰਮ ਦੀ ਕਮਾਈ ਦੇ ਵਿੱਚ ਵੀ ਇਹੀ ਚੱਲਦਾ ਹੈ। ਪਹਿਲਾਂ ਸਤਿਗੁਰੂ ਕਹਿੰਦੇ ਨੇ ਤੂੰ ਮਿਹਨਤ ਕਰ, ਤੂੰ ਯਤਨ ਕਰ, ਕਰੋ ਯਤਨ ਜੇ ਹੋਏ ਮਿਹਰਬਾਨਾ। ਤੂੰ ਆਪਣੇ ਵੱਲੋਂ ਪ੍ਰਭੂ ਨੂੰ ਜਾਪੋ ਦਾ ਸਿਮਰਨ ਕਰ, ਉਹਨੂੰ ਖੁਸ਼ ਕਰਨ ਦਾ ਯਤਨ ਕਰ, ਪਰ ਵਿੱਚ ਜਾ ਕੇ ਕਹਿਣਗੇ ਤੇਰੇ ਕਰਨ ਨਾਲ ਕੁਝ ਨਹੀਂ ਹੋਏਗਾ, ਤੂੰ ਉਹਨੂੰ ਸੌਂਪ ਦੇ, ਉਹਦੇ ਹੁਕਮ ਦੇ ਵਿੱਚ ਤੁਰ, ਉਹਦੇ ਭਾਣੇ ਵਿੱਚ ਤੁਰ।
ਇਹ ਦੋ ਚੀਜ਼ਾਂ ਜਿੱਦਣ ਸਾਨੂੰ ਸਮਝ ਵਿੱਚ ਆ ਗਈਆਂ ਉਦੋਂ ਸਿੱਖੀ ਦੀ ਸਮਝ ਆ ਜਾਏਗੀ ਬਈ ਯਤਨ ਕਿਵੇਂ ਕਰਨਾ ਹੈ ਤੇ ਯਤਨ ਕਰਕੇ ਛੱਡ ਕੇ ਕਿਵੇਂ ਜਿਉਣਾ ਹੈ। ਕਰਨਾ ਯਤਨ ਵੀ ਹੈ, ਪਰ ਉਸ ਯਤਨ ਦਾ ਇੱਕ ਕਿਣਕਾ ਵੀ ਅੰਦਰ ਬਚਿਆ ਨਹੀਂ ਰਹਿਣਾ ਚਾਹੀਦਾ ਕਿ ਮੈਂ ਕੋਈ ਜਪ ਕਰ ਰਿਹਾ, ਮੈਂ ਕੋਈ ਤਪ ਕਰ ਰਿਹਾ, ਮੈਂ ਕੋਈ ਇਹ ਕੀਤਾ ਹੈ, ਇਹਦੇ ਬਦਲੇ ਵਿੱਚ ਮੈਨੂੰ ਕੁਝ ਮਿਲਣਾ ਚਾਹੀਦਾ। ਇਹ ਪ੍ਰਮਾਤਮਾ ਦਾ ਸੁਭਾਅ ਹੀ ਨਹੀਂ ਹੈ। ਤੁਸੀਂ ਜਾਣਦੇ ਹੋ ਨਾ ਗੁਰਬਾਣੀ ਵਿੱਚ, ਜਿਵੇਂ ਕੱਲ ਦੇ ਦੀਵਾਨ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਕਿ ਰੱਬ ਦੇ ਵਿੱਚ ਉਹ ਹੀ ਲੀਨ ਹੋਇਆ ਜਿਹਦਾ ਸੁਭਾਅ ਰੱਬ ਵਰਗਾ ਹੋ ਗਿਆ, ਦੂਸਰਾ ਨਹੀਂ ਹੋ ਸਕਦਾ। ਤੇ ਪ੍ਰਮਾਤਮਾ ਦਾ ਸੁਭਾਅ ਕਦੀ ਤੁਸੀਂ ਗੁਰਬਾਣੀ ਦੇ ਵਿੱਚ ਧਿਆਨ ਨਾਲ ਪੜ੍ਹਨਾ, ਪ੍ਰਭੂ ਦਾ ਇਹ ਸੁਭਾਅ ਹੈ ਕਿ ਕੰਮ ਕਰੀ ਜਾਣਾ, ਕਿਸੇ ਦਾ ਪ੍ਰਬੰਧ ਕਰੀ ਜਾਣਾ, ਪਰ ਉਹਦੇ ਮੁਕਾਬਲੇ ਦੇ ਵਿੱਚ ਉਹਦੇ ਤੋਂ ਮੰਗਣਾ ਕੁਝ ਨਾ। ਇਹ ਉਹਦਾ ਸੁਭਾਅ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਵਾਪਸੀ ਦੇ ਵਿੱਚ ਕੋਈ ਆਸ ਨਾ ਕਰਨੀ ਕਿ ਇਸ ਬੰਦੇ ਨੂੰ ਮੈਂ ਦਿੱਤਾ ਹੈ ਤੇ ਮੇਰਾ ਨਾਮ ਜਪੇਗਾ। ਕੋਈ ਆਸ ਨਹੀਂ, ਉਸ ਨੂੰ ਕੋਈ ਲੋੜ ਹੀ ਨਹੀਂ ਹੈ, ਬੇਪਰਵਾਹ ਹੈ। ਉਹਨੇ ਸਿਰਫ ਦੇ ਹੀ ਜਾਣਾ ਹੈ, ਉਹਨੇ ਸਿਰਫ ਪ੍ਰਬੰਧ ਕਰੀ ਜਾਣਾ ਮਨੁੱਖ ਦਾ। ਵਾਪਸੀ ਵਿੱਚ ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿ ਮੈਂ ਇਹਦਾ ਇਹ ਕਰ ਰਿਹਾ ਤੇ ਸ਼ਾਮ ਨੂੰ ਘੱਟੋ ਘੱਟ ਮੇਰੀ ਅਨਾਉਂਸਮੈਂਟ ਤਾਂ ਹੋਵੇ ਵੀ ਰੱਬ ਨੇ ਇਹ ਕੰਮ ਕੀਤਾ ਹੈ ਮੇਰਾ। ਇਹ ਉਹਦਾ ਸੁਭਾਅ ਹੈ। ਤੇ ਫਿਰ ਖਿਆਲ ਰੱਖਣਾ, ਜੇ ਉਹਦਾ ਇਹ ਸੁਭਾਅ ਹੈ ਤੇ ਜਦੋਂ ਮਨੁੱਖ ਕਹਿੰਦਾ ਮੇਰੀ ਬਿਰਤੀ ਉਹਦੇ ਨਾਲ ਨਹੀਂ ਜੁੜਦੀ, ਤੇ ਜੇ ਉਹ 2 4 10 ਪਾਠ ਕਰਕੇ ਰੱਬ ਨੂੰ ਕਹੇ, ਉਹਦੇ ਮੁਕਾਬਲੇ ਵਿੱਚ ਮੰਗੇ, ਤੇ ਉਹਦੇ ਨਾਲ ਉਹਦਾ ਸੁਭਾਅ ਜਿਹੜਾ ਡਿਫਰੈਂਸ ਹੋ ਗਿਆ, ਵਿਰੋਧੀ ਹੋ ਗਿਆ ਪਰਮਾਤਮਾ ਦੇ ਸੁਭਾਅ ਨਾਲ, ਗਲਤ ਹੋ ਗਿਆ ਸੁਭਾਅ। ਉਹਦਾ ਸੁਭਾਅ ਇਹ ਸੀ ਕਰਨਾ ਬਹੁਤ ਕੁਝ, ਵਾਪਸੀ ਦੇ ਵਿੱਚ ਕੋਈ ਮੰਗ ਨਾ ਰੱਖਣੀ, ਤੇ ਜਿਹੜਾ ਉਹਨੂੰ ਮਿਲਣਾ ਚਾਹੁੰਦਾ ਹੈ ਉਹ ਕਰਦਾ ਹੈ, ਤੇ ਨਾਲ ਉਹਦੀ ਚੁਆਇਸ ਬੜੀ, ਉਹਦੀ ਮੰਗ ਬਹੁਤ ਜ਼ਿਆਦਾ ਹੈ, ਉਹ ਮੰਗ ਬਹੁਤ ਜ਼ਿਆਦਾ ਰਿਹਾ ਹੈ। ਇਸ ਲਈ ਇਹ ਜੁੜਨ ਦਾ ਨਾ ਕਾਰਨ ਹੋਰ ਕੋਈ ਨਹੀਂ ਹੈ। ਉਹ ਸਪਸ਼ਟ ਹੈ ਕਿ ਨਾ ਜੁੜਨ ਦਾ ਕਾਰਨ ਕੀ ਹੈ। ਨਾ ਜੁੜਨ ਦਾ ਕਾਰਨ ਹੈ ਪਰਮਾਤਮਾ ਨਾਲ ਸਾਡਾ ਸੁਭਾਅ ਨਹੀਂ ਮਿਲਦਾ, ਅਸੀਂ ਸੇਵਾ ਥੋੜੀ, ਮੰਗਣ ਬਹੁਤਾ, ਇਸ ਕਰਕੇ ਉਹ ਗੱਲ ਨਹੀਂ ਬਣਦੀ। ਇਸ ਲਈ ਸਤਿਗੁਰੂ ਕਹਿ ਰਹੇ ਨੇ ਉਹਦੇ ਦੋਵੇਂ ਚੀਜ਼ਾਂ ਇੱਕੋ ਥਾਂ ਤੇ ਇਕੱਠੀਆਂ ਕਰ ਦਿੱਤੀਆਂ ਗੁਰੂ ਸਾਹਿਬ ਨੇ। ਯਤਨ ਕਰ, ਪਰ ਕਰਨਾ ਉਸਨੇ ਹੈ, ਤੂੰ ਨਹੀਂ ਕੁਝ ਕਰ ਸਕਦਾ। ਤੇਰੇ ਕਰਨ ਨਾਲ ਕੁਝ ਨਹੀਂ ਹੋਏਗਾ, ਤੇਰਾ ਜੋ ਵੀ ਉਪਾਅ ਹੈ ਬਿਲਕੁਲ ਛੋਟਾ ਹੈ। ਇਸ ਲਈ ਸਤਿਗੁਰੂ ਕਹਿ ਬਾਣੀ ਦੇ ਵਿੱਚ ਵਾਰ-ਵਾਰ ਇਹ ਬਚਨ ਕਹਿਣਗੇ, ਕਿਸੇ ਨੂੰ ਆਪਣੇ ਜਪ ਤੇ ਮਾਣ ਹੈ, ਕਿਸੇ ਨੂੰ ਤਪ ਤੇ, ਕਿਸੇ ਨੂੰ ਦਾਨ ਤੇ, ਕਿਸੇ ਨੂੰ ਹੋਰ ਕਿਸੇ ਚੀਜ਼ ਤੇ, ਪਰ ਮੈਨੂੰ ਅੱਜ ਸਮਝ ਆਈ ਹੈ ਵੀ ਇਹ ਚੀਜ਼ਾਂ ਤੇ ਤੇਰੇ ਰਾਹ ਵਿੱਚ ਕੰਮ ਹੀ ਨਹੀਂ ਦਿੰਦੀਆਂ। ਹੁਣ ਜਦੋਂ ਇਹ ਵਿਚਾਰ ਆਉਣਗੇ ਉਹਦੇ ਅਰਥ ਅਸੀਂ ਇਹ ਕੱਢਾਂਗੇ ਵੀ ਕੋਈ ਯਤਨ ਕਰਨਾ ਹੀ ਨਹੀਂ ਚਾਹੀਦਾ। ਇਸ ਕਰਕੇ ਗੁਰਮਤ ਦੇ ਇਹ ਦੋਵੇਂ ਪੱਖ ਉਦੋਂ ਹੀ ਸਮਝ ਵਿੱਚ ਆਉਣਗੇ ਜਦੋਂ ਇਸ ਰਸਤੇ ਤੇ ਮਨੁੱਖ ਤੁਰੇਗਾ, ਖੁਦ ਇਹਨੂੰ ਕਰਕੇ ਦੇਖੇਗਾ। ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਮਰੇ ਵਿੱਚ ਬੈਠ ਕੇ ਪੜ੍ਹੀਏ, ਸੁਣਾਈਏ, ਸੁਣੀਏ, ਲਿਖ ਦਈਏ, ਉਹਦੇ ਬਾਰੇ ਨਹੀਂ ਜਾਣਿਆ ਜਾ ਸਕੇਗਾ। ਜਿਵੇਂ ਡਰਾਈਵਿੰਗ ਸਕੂਲ ਨੇ, ਜੇ ਡਰਾਈਵਿੰਗ ਸਕੂਲ ਇੱਕ ਕਮਰੇ ਵਿੱਚ ਹੀ ਚੱਲਦੇ ਹੁੰਦੇ ਤਾਂ ਫਿਰ ਉਹਨਾਂ ਨੂੰ ਬਾਹਰ ਰੋਡ ਤੇ ਜਾ ਕੇ ਸੜਕਾਂ ਤੇ ਆਪ ਵਿੱਚ ਗੱਡੀ ਦੇ ਬੈਠ ਕੇ ਚਲਵਾਉਣਾ ਨਾ ਪੈਂਦਾ, ਉਹ ਕਮਰੇ ਵਿੱਚ ਹੀ ਸਿੱਖਿਆ ਜਾਂਦਾ। ਇਹ ਜਿਹੜਾ ਧਰਮ ਹੈ ਕਮਰੇ ਵਿੱਚ ਨਹੀਂ ਸਿੱਖਿਆ ਜਾ ਸਕਦਾ। ਇਹ ਬਿਲਕੁਲ ਗਲਤ ਖਿਆਲ ਹੈ ਕਿ ਤੁਸੀਂ ਕਿਸੇ ਥਾਂ ਤੇ ਬੈਠ ਕੇ ਇਹਨੂੰ ਪੜ੍ਹ ਕੇ, ਸੁਣ ਕੇ, ਸੁਣਾ ਕੇ ਜਾਂ ਲਿਖ ਕੇ ਸਿੱਖ ਲਓਗੇ। ਔਰ ਇਹ ਸਾਡੇ ਜੀਵਨ ਦੇ ਵਿੱਚ ਭੁਲੇਖਾ ਲੱਗ ਗਿਆ, ਗਲਤੀ ਹੋ ਗਈ ਕਿ ਅਸੀਂ ਆਪਣੇ ਬੈੱਡਰੂਮ ਵਿੱਚ ਬੈਠ ਕੇ ਬੜੇ ਬੜੇ ਧਰਮ ਦੇ ਲੇਖ ਲਿਖ ਦਿੱਤੇ। ਕਿਉਂ? ਬਾਹਰ ਤਾਂ ਨਿਕਲੇ ਨਹੀਂ, ਉਹਨੂੰ ਜੀਵਨ ਵਿੱਚ ਤੇ ਕਮਾਇਆ ਨਹੀਂ, ਅੰਦਰ ਬੈਠ ਕੇ ਲਿਖਿਆ ਤੇ ਲਿਖ ਵੀ ਗਲਤੀ ਦਿੱਤਾ। ਉਹ ਸਾਰਾ ਗਿਆਨ ਗਲਤ ਹੋ ਗਿਆ। ਜਿੰਨਾ ਚਿਰ ਕੋਈ ਕਰਦਾ ਨਹੀਂ, ਧਰਮ ਦਾ ਅਰਥ ਮਨੁੱਖ ਦਾ ਆਪਣਾ ਪਸੀਨਾ ਵਹੇ ਉਹਦੇ ਵਿੱਚ। ਧਰਮ ਨੂੰ ਕਮਾਉਣ ਵਾਸਤੇ ਉਹ ਆਪਣਾ ਪਸੀਨਾ ਖੁਦ ਵਹਾਏ ਆਪ। ਇਹ ਰੈਡੀਮੇਡ ਦੁਕਾਨ ਨਹੀਂ ਹੈ ਪਰਮਾਤਮਾ ਦਾ ਘਰ ਕਿ ਤੁਸੀਂ ਰੁਪਈਏ ਜਮ੍ਹਾਂ ਕਰਾਓ, ਪਾਠ ਹੋ ਜਾਏਗਾ, ਠੀਕ ਹੋ ਜਾਏਗਾ ਕੰਮ। ਇੱਕ ਹਿੱਸਾ ਹੈ 2-4% ਧਰਮ ਦਾ, ਗੁਰਮਤ ਦਾ। ਇੱਕ ਬਹੁਤ ਲੰਮਾ ਵਿਸ਼ਾ, ਮੈਂ ਇਹਦੇ ਸੰਬੰਧ ਵਿੱਚ ਅਜੇ ਨਹੀਂ ਕਹਿਣਾ ਚਾਹੁੰਦਾ।
समय अनुसार कि ਇਹ ਵਿਸ਼ਾ ਕੀ ਹੈ, ਮਾਇਆ ਭੇਟ ਕਰਕੇ ਕੋਈ ਪਾਠ ਕਰਵਾਉਣਾ, ਇਹਦੇ ਕੀ ਅਰਥ ਬਣਦੇ ਨੇ ਤੇ ਕਿੱਥੋਂ ਤੱਕ ਕੰਮ ਦਿੰਦਾ ਹੈ। ਸਾਰਾ ਧਰਮ ਇਸ ਤਰ੍ਹਾਂ ਨਹੀਂ ਕਮਾਇਆ ਜਾ ਸਕਦਾ, ਖੁਦ ਕਰਨਾ ਪਏਗਾ ਮਨੁੱਖ ਨੂੰ, ਆਪਣੇ ਵਿੱਚੋਂ ਹੀ ਉਹਨੂੰ ਜਨਮ ਦੇਣਾ ਪਏਗਾ। ਇਸ ਕਰਕੇ ਦੋ ਚੀਜ਼ਾਂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਉਹਦੇ ਤੇ ਛੱਡ, ਭਾਣੇ ਵਿੱਚ ਰਹੋ, ਗੁਰਮਤ ਦਾ ਇੱਕ ਹਿੱਸਾ ਹੈ। ਭਾਣੇ ਵਿੱਚ ਜਿਉਣ ਔਰ ਹੁਕਮ ਵਿੱਚ ਰਹਿਣ ਦੀ ਵਕਾਲਤ ਕੀਤੀ ਗੁਰਬਾਣੀ ਨੇ। ਜਿਵੇਂ ਉਹ ਕਰ ਰਿਹਾ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਉਹਨੂੰ ਕੀਤਾ ਜਾ ਸਕਦਾ ਹੈ। ਹੁਕਮੀ ਹੋਵਨ ਜੀ, ਉਹ ਹੁਕਮ ਸਾਰੇ ਜੀਵ ਪੈਦਾ ਕਰਦਾ ਹੈ। ਹੁਕਮ ਮਿਲੇ ਵਡਿਆਈ, ਉਸ ਹੁਕਮ ਦੇ ਰਾਹੀਂ ਹੀ ਲੋਕਾਂ ਨੂੰ ਵਡਿਆਈਆਂ ਮਿਲਦੀਆਂ ਨੇ। ਹੁਕਮੀ ਉੱਤਮ ਨੀਚ, ਇਹ ਤੁਕ ਸਾਰੀਆਂ ਜਿਹੜੀਆਂ ਨੇ ਬੜੇ ਸ਼ੰਕੇ ਕਈ ਵਾਰੀ ਪੈਦਾ ਹੁੰਦੇ ਨੇ। ਹੁਕਮ ਚੰਗੇ ਤੇ ਮਾੜੇ ਮਨੁੱਖ ਪੈਦਾ ਕਰਦਾ ਹੈ, ਤੇ ਸਵਾਲ ਨਾਲ ਹੀ ਖੜਾ ਹੋ ਗਿਆ, ਜੇ ਮਾੜੇ ਵੀ ਉਹਨੇ ਪੈਦਾ ਕਰਨੇ ਨੇ, ਚੰਗੇ ਵੀ, ਤੇ ਫਿਰ ਅਸੀਂ ਕੀ ਕਰ ਸਕਨੇ ਹਾਂ? ਅਸੀਂ ਜੇ ਮਾੜੇ ਹੋ ਗਏ ਤੇ ਹੁਕਮ ਨੇ ਬਣਾਏ। ਹੁਕਮੀ ਉੱਤਮ ਨੀਚ, ਸਤਿਗੁਰੂ ਕਹਿਣਾ ਚਾਹੁੰਦੇ, ਜੇ ਤੂੰ ਚੰਗਾ ਬਣਿਆ ਤੇ ਉਹਦਾ ਧੰਨਵਾਦ ਕਰ, ਉਹਦੇ ਹੁਕਮ ਦੁਆਰਾ ਬਣਿਆ, ਤੇਰੀ ਆਪਣੀ ਮਿਹਨਤ ਨਹੀਂ ਹੈ। ਜੇ ਤੂੰ ਉੱਤਮ ਹੋ ਗਿਆ ਨਾ, ਚੰਗਾ ਹੋ ਗਿਆ, ਇਹ ਤੇਰੀ ਆਪਣੀ ਮਿਹਨਤ ਨਾਲ ਨਹੀਂ ਹੋਇਆ, ਇਹ ਉਹਦੀ ਰਹਿਮਤ, ਉਹਨੇ ਤੈਨੂੰ ਬਣਾ ਦਿੱਤਾ ਹੁਕਮ ਦੇ ਰਾਹੀਂ, ਇਹਦਾ ਧੰਨਵਾਦ ਕਰ। ਨੀਚ, ਜੇ ਕੋਈ ਨੀਚ ਹੋਇਆ, ਇਹ ਵੀ ਵਿਸ਼ਾ ਇੱਕ ਵੱਖਰਾ ਹੈ। ਫਿਰ ਨੀਚ ਹੋਣਾ ਠੀਕ ਹੈ ਜੇ ਹੁਕਮ ਦੁਆਰਾ ਮਨੁੱਖ ਨੀਚ ਹੋ ਜਾਏ। ਨਹੀਂ, ਸਤਿਗੁਰਾਂ ਨੇ ਸਾਰੀ ਤਰ੍ਹਾਂ ਦੀਆਂ ਗੱਲਾਂ ਹੋਰ ਢੰਗ ਦੇ ਨਾਲ ਵਿੱਚ ਕਹੀਆਂ ਕਿ ਨੀਚ ਹੋਣਾ ਉਹਦੀ ਸ਼ਕਤੀ ਦੁਆਰਾ, ਕੋਈ ਪਾਪ ਵੀ ਕਰਦਾ ਹੈ, ਸ਼ਕਤੀ ਪਰਮਾਤਮਾ ਦੀ ਲੈਂਦਾ ਹੈ, ਪਰ ਵਾਹਿਗੁਰੂ ਆਪ ਪਾਪ ਦੇ ਹੱਕ ਵਿੱਚ ਨਹੀਂ ਹੈ, ਉਹਦੀ ਮਰਜ਼ੀ ਦੇ ਅੰਦਰ ਪਾਪ ਨਹੀਂ। ਉਹਨੇ ਮਨੁੱਖ ਨੂੰ ਆਜ਼ਾਦ ਕਰ ਦਿੱਤਾ, ਤੂੰ ਪੁੰਨ ਕਰਨਾ ਹੈ, ਪਾਪ ਕਰਨਾ ਹੈ, ਉਹਦੇ ਕਰਮ ਵੀ ਤੈਨੂੰ ਮਿਲਣਗੇ, ਉਹਦਾ ਭਾਗ, ਉਹਦਾ ਫਲ ਵੀ ਤੈਨੂੰ ਪ੍ਰਾਪਤ ਹੋਏਗਾ। ਮੈਂ ਤੈਨੂੰ ਖੁੱਲ੍ਹ ਦੇ ਦਿੱਤੀ ਹੈ, ਤੂੰ ਦੋਵਾਂ ਵਿੱਚੋਂ ਕਿਹੜੀ ਚੀਜ਼ ਚੁਣਨੀ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ, ਆ ਸਾਰਾ ਪਸਾਰਾ ਉਹਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਇਹ ਇੱਕ ਬ੍ਰਹਮ ਦ੍ਰਿਸ਼ਟੀ ਹੈ, ਜਿਹਦੇ ਵਿੱਚ ਮਨੁੱਖ ਫਿਰ ਸੰਸਾਰ ਵੱਲੋਂ ਵੇਖ ਕੇ ਕਲਪਦਾ ਨਹੀਂ। ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦੀ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਧਾਰਮਿਕ ਮਨੁੱਖ ਜਦੋਂ ਉਹਨੂੰ ਥੋੜਾ ਜਿਹਾ ਗਿਆਨ ਮਿਲਦਾ ਹੈ, ਤੇ ਜੇ ਇਹ ਦ੍ਰਿਸ਼ਟੀ ਉਹਦੇ ਵਿੱਚ ਨਾ ਆਏ ਕਿ ਹੁਕਮੇ ਅੰਦਰ ਸਭ ਕੋ, ਤੇ ਉਹ ਫਿਰ ਵਿਚਾਰਾ ਬਹੁਤ ਕੜ ਜਾਂਦਾ ਹੈ, ਬੜਾ ਲੋਕਾਂ ਦੇ ਨਾਲ ਕਲਪਦਾ ਹੈ, ਦੁਖੀ ਹੋ ਜਾਂਦਾ ਹੈ। ਇਹ ਪਾਪੀ ਲੋਕ, ਗਲਤ ਲੋਕ, ਉਹਨਾਂ ਨਾਲ ਝਗੜਦਾ ਹੈ, ਲੜਦਾ ਹੈ, ਵਿਰੋਧੀ ਹੋ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਇਹ ਤੱਤ ਅਜੇ ਪੈਦਾ ਨਹੀਂ ਹੋਏ ਵੀ ਇਹ ਪਸਾਰਾ ਜਿਹੜਾ ਚੱਲ ਰਿਹਾ ਹੈ, ਇਹਨਾਂ ਨੂੰ ਤੂੰ ਕਹਿਣਾ ਵੀ ਹੈ ਕਿ ਗਲਤ ਕੀ ਹੈ, ਠੀਕ ਕੀ ਹੈ, ਪਰ ਇਹਨਾਂ ਦੀ ਜ਼ਿੰਮੇਵਾਰੀ ਆਪਣੇ ਉੱਤੇ ਨਹੀਂ ਲੈਣੀ, ਇਹ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ। ਜਿਹੜਾ ਮਨੁੱਖ ਉਹਦੇ ਹੁਕਮ ਨੂੰ ਬੁੱਝ ਲੈਂਦਾ ਹੈ ਤਾਂ ਹਉਮੈ ਕਹੈ ਨਾ ਕੋਏ। ਅੱਜ ਦੇ ਪਵਿੱਤਰ ਸ਼ਬਦ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਦੇ ਹੁਕਮ ਦੀ ਵਿਆਖਿਆ ਕਰਦੇ ਨੇ। ਕਹਿਣ ਲੱਗੇ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਉਹਨੇ ਦੋ ਚੀਜ਼ਾਂ ਨਾਲ ਸੰਸਾਰ ਚਲਾਇਆ ਹੈ। ਸ਼ਿਵ ਦਾ ਅਰਥ ਹੈ ਚੇਤਨਤਾ, ਆਤਮਾ, ਨੂਰ। ਸ਼ਕਤੀ ਦਾ ਅਰਥ ਹੈ ਸੰਸਾਰ ਦੇ ਪਦਾਰਥ। ਇਹਨਾਂ ਦੋਵਾਂ ਨੂੰ ਮਿਲਾ ਕੇ, ਰਲਾ ਕੇ ਇਹ ਮਨੁੱਖ ਦੀ ਜੀਵਨ ਯਾਤਰਾ ਸ਼ੁਰੂ ਹੋਈ ਹੈ। ਕਿਹਦੇ ਦੁਆਰਾ ਚਲਾ ਰਿਹਾ? ਕਰਤਾ, ਉਪਾਏ ਕੈ, ਪੈਦਾ ਕਰਕੇ, ਆਪੇ ਹੁਕਮ ਵਰਤਾਏ। ਹੁਕਮ ਦੇ ਰਾਹੀਂ ਇਸ ਸਾਰੇ ਪਸਾਰੇ ਨੂੰ ਖਿਲਾਰਦਾ ਹੈ। ਹੁਕਮ ਵਰਤਾਏ ਆਪ ਵੇਖੈ। ਹੁਕਮ ਵਰਤਾ ਕੇ ਸੰਸਾਰ ਦੇ ਲੋਕਾਂ ਨੂੰ ਪੈਦਾ ਕਰਕੇ ਫਿਰ ਖੁਦ ਆਪ ਹੀ ਉਹਨਾਂ ਸਾਰੇ ਲੋਕਾਂ ਨੂੰ ਦੇਖਦਾ ਹੈ ਕਿ ਉਹ ਕਿਵੇਂ ਜਿੰਦਾ ਰਹੇ ਨੇ, ਉਹਨਾਂ ਦੀ ਕਿਵੇਂ ਹਿਫਾਜ਼ਤ ਕਰਨੀ ਹੈ, ਉਹਨਾਂ ਨੂੰ ਕਿਵੇਂ ਪਾਲਣਾ ਹੈ। ਗੁਰਮੁਖ ਕਿਸੈ ਬੁਝਾਏ, ਪਰ ਇਹ ਬੁਝਾਰਤ ਜਿਹੜੀ ਹੈ, ਇਹ ਸਮਝ ਜਿਹੜੀ ਹੈ, ਇਹ ਪਤਾ ਕਿਸੇ ਵਿਰਲੇ ਗੁਰਮੁਖ ਨੂੰ ਸਮਝ ਵਿੱਚ ਆਉਂਦਾ ਹੈ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ।
ਇਹ ਸਮਝ ਕਿਵੇਂ ਆਵੇ ਕਿ ਇਹ ਸਾਰੀ ਉਹਦੀ ਖੇਡ ਹੈ, ਆਨੰਦ ਕਿਵੇਂ ਪ੍ਰਾਪਤ ਹੋਵੇ, ਜ਼ਿੰਦਗੀ ਦੇ ਵਿੱਚੋਂ ਚਿੰਤਾ ਕਿਵੇਂ ਖਤਮ ਹੋਵੇ, ਜ਼ਿੰਦਗੀ ਦੇ ਵਿੱਚੋਂ ਜਿਹੜੀ ਮਨ ਦੇ ਵਿੱਚ ਦੁਬਿਧਾ ਹੈ ਉਹ ਕਿਵੇਂ ਖਤਮ ਹੋਵੇ। ਕਹਿਣ ਲੱਗੇ ਸ਼ਬਦ ਮਨ ਵਸਾਏ। ਆਪਣੇ ਮਨ ਵਿੱਚ ਸ਼ਬਦ ਨੂੰ ਜਿਨ੍ਹਾਂ ਨੇ ਵਸਾਇਆ, ਉਸ ਸ਼ਬਦ ਨੇ ਉਹਨਾਂ ਦੀ ਆਤਮਾ ਦੇ ਬੰਧਨ ਤੋੜ ਦਿੱਤੇ, ਉਹਨਾਂ ਦੀ ਆਤਮਾ ਆਜ਼ਾਦ ਹੋ ਗਈ, ਉਹਨਾਂ ਦਾ ਮਨ ਵਿਕਾਰਾਂ ਤੋਂ ਖਲਾਸੀ ਪਾ ਗਿਆ। ਹੋਵੇ ਮੁਕਤ, ਤੇ ਉਹ ਆਜ਼ਾਦ ਹੋ ਗਏ, ਮੁਕਤ ਹੋ ਗਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਇਹ ਕਿਰਪਾ ਜਿਹਦੇ ਉੱਤੇ ਗੁਰੂ ਕਰੇ, ਰਹਿਮਤ ਕਰੇ, ਰਹਿਮਤ ਭਰਿਆ ਹੱਥ ਸਿਰ ਤੇ ਰੱਖੇ, ਏਕਲ ਸੋ ਲਿਵ ਲਾਏ। ਉਸ ਮਨੁੱਖ ਦੀ ਲਿਵ ਉਸ ਇੱਕ ਨਾਲ ਜੁੜ ਜਾਂਦੀ ਹੈ। ਕਹੇ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਇਸ ਸਾਰੀ ਸ੍ਰਿਸ਼ਟੀ ਦਾ ਕਰਤਾ, ਇਹਨੂੰ ਰਚਣ ਵਾਲਾ, ਇਹਨੂੰ ਚਲਾਉਣ ਵਾਲਾ ਉਹ ਆਪ ਹੈ। ਇੱਥੇ ਦੋ ਚੀਜ਼ਾਂ ਦੇ ਮਿਸ਼ਰਣ ਦੇ ਨਾਲ ਸ਼ਿਵ ਔਰ ਸ਼ਕਤੀ, ਚੇਤਨਤਾ ਤੇ ਸੰਸਾਰ ਦੇ ਪਦਾਰਥ, ਇਹਨਾਂ ਦੇ ਮਿਲਾਪ ਤੋਂ ਸੰਸਾਰ ਨੂੰ ਹੁਕਮ ਦੁਆਰਾ ਅਕਾਲ ਪੁਰਖ ਵਾਹਿਗੁਰੂ ਚਲਾ ਰਿਹਾ ਹੈ। ਨਾਮ ਦੁਆਰਾ ਜਿਹਨੂੰ ਹੁਕਮ ਦੀ ਸਮਝ ਪੈ ਜਾਂਦੀ ਹੈ, ਉਹ ਫਿਰ ਬੜੇ ਆਨੰਦ ਦੇ ਨਾਲ ਉਹਦੇ ਹੁਕਮ ਦੇ ਵਿੱਚ ਲੀਨ ਹੋ ਕੇ ਉਹਦੀ ਖੁਸ਼ੀ, ਉਹਦੀ ਰਹਿਮਤ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਰਹਿਮਤ ਕਰਨ, ਆਪਣੇ ਦਰੋਂ ਕਰੋ। ਇਹ ਸੁਮਤ ਜੋ ਉਹਨਾਂ ਨੇ ਬਾਣੀ ਦੇ ਵਿੱਚ ਵਾਰ-ਵਾਰ ਉਚਾਰਨ ਕੀਤੀ ਹੈ, ਭਾਣੇ ਵਿੱਚ ਜਿਉਣਾ, ਉਹਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਨੂੰ ਲੀਨ ਕਰ ਦੇਣਾ, ਇਹ ਦਾਤ ਸਾਨੂੰ ਪ੍ਰਾਪਤ ਹੋਵੇ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।